Hello, everybody. I am Amarjeet Sidhu, motivational speaker and IELTS trainer. Today, I am going to explain about IELTS General. Students ਜਿਹੜਾ IELTS General ਹੈ ਇਹ especially to take admission in secondary schools or for vocational courses and immigration purpose ਵਾਸਤੇ ਹੈ IELTS General as compared to IELTS Academic, it is much easier. But it is also a little bit challenging. For those who don't have any English background, ਜਿਨ੍ਹਾਂ ਦਾ ਇੰਗਲਿਸ਼ ਬੈਕਗਰਾਉਂਡ ਨਹੀਂ ਹੈਗਾ ਔਰ ਜਿਨ੍ਹਾਂ ਦੀ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਤੋਂ ਇਲਾਵਾ ਕੋਈ ਹੋਰ ਲੈਂਗੁਏਜ ਰਹੀ ਹੈ. Now come to different modules in IELTS General. First of all, in IELTS General, the first module is listening. ਪਹਿਲਾ ਹੈਗਾ listening. There are 4 sections in listening module. Section 1, Section 2, Section 3 and Section 4. The difficulty level of each section, it will keep on increasing. ਜਿਹੜਾ difficulty level ਹੈ ਉਹ ਵੱਧਦਾ ਜਾਏਗਾ. Section 1 ਆਸਾਨ ਹੋਏਗੀ, Section 2 ਥੋੜੀ ਜਿਹੀ ਮੁਸ਼ਕਿਲ, Section 3 ਹੋਰ ਥੋੜੀ ਜਿਹੀ ਮੁਸ਼ਕਿਲ and Section 4 the most difficult one, most challenging. There will be 40 ਤੋਂ ਲੈ ਕੇ 42 questions ਹੋਣਗੇ you have to attempt. In between the sections, you will get time to read. For example, the examiner will ask you, okay, read question number 1 to 5 or question number 1 to 7, like that. Means you will get 1 to 2 minutes to go through those questions. ਉਹਨਾਂ ਦੇ ਵਿਚਾਲੇ ਜਿਹੜਾ ਹੈ ਤੁਹਾਨੂੰ 1-2 ਮਿੰਟ ਦਾ ਜਿਹੜਾ ਹੈ ਗੈਪ ਮਿਲੇਗਾ ਆਫਟਰ ਐਵਰੀ ਸੈਕਸ਼ਨ, ਤਾਂ ਕਿ ਤੁਸੀਂ ਉਹਨੂੰ ਪੜ੍ਹ ਸਕੋ. ਜਿਹੜੇ ਹੈਗੇ ਦ ਨੰਬਰ ਆਫ ਕੁਐਸਚਨਸ ਵਿਲ ਬੀ 40 ਤੋਂ ਲੈ ਕੇ 42 ਕੁਐਸਚਨਸ ਹੋਣਗੇ. ਐਂਡ ਜਿਹੜਾ ਲਿਸਨਿੰਗ ਹੈ ਦੈਟ ਵਿਲ ਬੀ ਆਫ 30 ਮਿੰਟਸ. 30 ਮਿੰਟ ਦਾ ਲਿਸਨਿੰਗ ਹੋਏਗਾ. Or you will get 10 minutes to transfer your answers in your answer sheet. ਇਹਦਾ ਮਤਲਬ ਇਹ ਹੈ ਜਦੋਂ ਇੱਕ CD ਚੱਲ ਰਹੀ ਹੋਏਗੀ ਤਾਂ ਤੁਸੀਂ ਡਾਇਰੈਕਟਲੀ ਆਪਣੇ ਕੁਐਸਚਨ ਬੁਕਲੇਟ ਤੇ ਆਨਸਰਸ ਲਿਖਣੇ ਹੈ. ਜਦੋਂ ਪੂਰੀ ਲਿਸਨਿੰਗ ਖਤਮ ਹੋ ਜਾਏਗੀ then you will get 10 minutes to transfer your answers. ਕਿੱਥੇ ਟ੍ਰਾਂਸਫਰ ਕਰਨੇ ਆ? ਆਪਣੀ ਆਨਸਰ ਸ਼ੀਟ ਤੇ. Now next module is reading. Reading you will get 3 sections. 10 sections ਹੋਣਗੇ. ਪਹਿਲਾ ਸੈਕਸ਼ਨ ਜਿਹੜਾ ਹੈਗਾ ਬਹੁਤ ਆਸਾਨ ਹੋਏਗਾ. ਕੋਈ ਐਡਵਰਟੀਜ਼ਮੈਂਟਸ ਹੋਏਗੀ, ਨੋਟਿਸਸ ਹੋਣਗੇ,
you will find it very simple, बहुत आसान होएगा, and you will be able to do it easily. Section 2 थोड़ा जिहा होर difficult होएगा, and Section 3 च ਤੁਹਾਨੂੰ passage होएगा, and question same way 40 ਤੋਂ ਲੈ ਕੇ 40 questions होंगे आम तौर पे. You will get 40 questions, and to finish this reading portion you will get 1 hour. ਤੁਹਾਨੂੰ 1 ਘੰਟਾ ਮਿਲੇਗਾ ਇਹਨੂੰ ਕਰਨ ਵਾਸਤੇ. ਇੱਥੇ ਕੋਈ ਵੀ in reading you will not get any time to transfer your answers. So straight away ਜਿਹੜੇ answers ਹੈ ਉਹ ਤੁਸੀਂ ਕਿੱਥੇ ਲਿਖਣੇ ਹੈ? ਆਪਣੀ ਆਨਸਰ ਸ਼ੀਟ ਤੇ ਲਿਖਣੇ ਹੈ. ਕੁਐਸਚਨ ਬੁਕਲੇਟ ਤੇ ਕੁਝ ਨਹੀਂ ਲਿਖਣਾ ਹੈਗਾ. ਯੂ ਕੈਨ, ਅਗਰ ਤੁਸੀਂ ਉਹਨੂੰ ਅੰਡਰਲਾਈਨ ਕਰਨਾ ਚਾਹੁੰਦੇ ਹੋ ਜਾਂ ਲਾਈਕ ਦੈਟ, ਬਟ ਆਨਸਰਸ ਤੁਸੀਂ ਉੱਥੇ ਕਰਨਾ ਹੈ. ਨਹੀਂ ਤਾਂ ਇਹ ਨਾ ਹੋਵੇ ਕਿ ਤੁਸੀਂ ਸਾਰੇ ਆਪਣੇ ਆਨਸਰਸ ਜਿਹੜੇ ਆ ਕੁਐਸਚਨ ਬੁਕਲੇਟ ਤੇ ਲਿਖ ਲਏ ਔਰ ਟਾਈਮ ਓਵਰ ਹੋ ਗਿਆ, ਦੈਨ ਯੂ ਆਪਣਾ ਜਿਹੜਾ ਐਗਜ਼ਾਮ ਦੇਣ ਦਾ ਜਿਹੜਾ ਪਰਪਸ ਹੈ ਉਹ ਡਿਫੀਟ ਹੋ ਜਾਏਗਾ. ਕਿਉਂਕਿ ਐਗਜ਼ਾਮੀਨਰ ਜਿਹੜਾ ਹੈ ਉਹਨੂੰ ਕੁਐਸਚਨ ਬੁਕਲੇਟ ਤੇ ਲਿਖੇ ਹੋਏ ਆਨਸਰਸ ਨੂੰ ਇਵੈਲੂਏਟ ਨਹੀਂ ਕਰੇਗਾ. Now next, writing. Listening, reading, writing. ਇਹ 3 modules ਨੇ, ਬਿਲਕੁਲ ਕੰਟੀਨਿਊਸਲੀ ਹੋਣਗੇ. देयर विल नॉट बी एनी ब्रेक. ਤੁਹਾਨੂੰ ਕੋਈ ਬ੍ਰੇਕ ਨਹੀਂ ਮਿਲੇਗਾ. ਹਾਂ ਤੁਸੀਂ ਵਾਸ਼ਰੂਮ ਵਗੈਰਾ ਜਾਂ ਕੁਝ ਵੀ ਕਰਨ ਜਾਣਾ ਹੈ, ਦੈਨ ਉਹ ਤੁਹਾਡਾ ਆਪਣਾ ਲਾਸ ਹੈ. ਠੀਕ ਹੈ. ਦੈਨ ਰਾਈਟਿੰਗ, ਫॉर ਰਾਈਟਿੰਗ ਪਰਪਸ ਆਲਸੋ ਯੂ ਵਿਲ ਗੈਟ 1 hour. ਤੁਹਾਨੂੰ 1 ਘੰਟਾ ਮਿਲੂਗਾ. ਰਾਈਟਿੰਗ 'ਚ ਕੀ ਹੋਏਗਾ? ਯੂ ਵਿਲ ਗੈਟ 2 ਟਾਸਕ, ਟਾਸਕ 1 ਐਂਡ ਟਾਸਕ 2. ਟਾਸਕ 1 'ਚ ਤੁਸੀਂ ਲਿਖਣਾ ਹੈ, ਇੱਕ ਲੈਟਰ ਲਿਖਣਾ ਹੈ. ਕੋਈ ਵੀ ਪ੍ਰੋਬਲਮ ਹੋਏਗੀ ਤੁਹਾਨੂੰ ਦਿੱਤੀ ਹੋਏਗੀ, ਜਾਂ ਤੁਸੀਂ ਕੋਈ ਇਨਫੋਰਮੇਸ਼ਨ ਸੀਕ ਕਰਨੀ ਹੈ, ਇਨਫੋਰਮੇਸ਼ਨ ਕਲੈਕਟ ਕਰਨੀ ਹੈ ਕਿਸੇ ਵੀ ਏਜੰਸੀ ਤੋਂ, ਕਿਸੇ ਆਰਗੇਨਾਈਜੇਸ਼ਨ ਤੋਂ ਜਾਂ ਕਿਸੇ ਇੰਸਟੀਟਿਊਸ਼ਨ ਤੋਂ, ਤਾਂ ਉਹ ਲੈਟਰ ਲਿਖਣਾ ਹੈ. ਦੈਟ ਸ਼ੁੱਡ ਨਾਟ ਬੀ ਮੋਰ ਦੈਨ 150 words. 150 words means you should not write less than 150 words. Otherwise your marks will be deducted. ਜੇ ਤੁਸੀਂ 150 ਸ਼ਬਦਾਂ ਤੋਂ ਘੱਟ ਲਿਖੋਗੇ ਤਾਂ ਤੁਹਾਡੇ ਜਿਹੜੇ ਮਾਰਕਸ ਆ ਉਹ ਘੱਟ ਜਾਣਗੇ. ਸੋ ਯੂ ਕੈਨ ਰਾਈਟ ਅਪ ਟੂ 150 ਤੋਂ ਲੈ ਕੇ 170, 175, 80, 180 ਤੱਕ ਤੁਸੀਂ ਲਿਖ ਸਕਦੇ ਹੋ. ਉੱਥੇ ਤੁਹਾਨੂੰ ਜਿਹੜਾ ਹੈ ਕਾਲਮ ਮਿਲੇਗਾ, ਉਹਦੇ ਅੰਦਰ ਹੀ ਲਿਖਣਾ ਹੈ. ਸੋ ਆਈ ਐਡਵਾਈਜ਼ ਯੂ ਰਾਈਟ ਵਿਦ ਪੈਨਸਲ. ਪੈਨਸਲ ਯੂਜ਼ ਕਰੋ. ਸੋ ਕਿਤੇ ਵੀ ਤੁਹਾਡੀ ਮਿਸਟੇਕ ਹੋ ਜਾਂਦੀ ਹੈ, ਦੈਨ ਯੂ ਕੈਨ ਇਰੇਜ਼ ਇਟ. ਤੁਸੀਂ ਉਹਨੂੰ ਇਰੇਜ਼ ਕਰ ਸਕਦੇ ਹੋ, ਮਿਟਾ ਸਕਦੇ ਹੋ. ਨਾਓ ਨੈਕਸਟ ਵਨ ਇਜ਼ ਟਾਸਕ 2. ਇਹਦੀ ਵੇਟੇਜ ਜ਼ਿਆਦਾ ਹੈ. ਉਹਦੇ ਵਾਸਤੇ ਫॉर टास्क 1 20 मिनट्स है एंड टास्क 2 40 मिनट्स है. कोई भी आर्गूमेंट है, कोई पॉइंट ऑफ व्यू है, कोई प्रॉब्लम है, वो तुहानूं दिता होएगा. यू हैव टू राइट ऑन दैट. और ਉਹਦੇ ਵਾਸਤੇ मिनिमम ਜਿਹੜੀ लिमिट है दैट इज़ वर्ड्स की, दैट इज़ 250 वर्ड्स. 250 शब्द ਤਾਂ ਲਿਖਣਾ ਹੀ ਲਿਖਣਾ ਹੈ ਤੁਸੀਂ. ਉਹ ਤੋਂ ਅੱਗੇ ਵੀ ਲਿਖ ਸਕਦੇ ਹੋ. 20-30 words you can write more, but if you write less than 250 words then your marks will be deducted. ਅੱਗੇ ਆਉਣ ਵਾਲੇ ਵੀਡੀਓਜ਼ 'ਚ ਮੈਂ ਪੂਰਾ ਐਕਸਪਲੇਨ ਕਰੂੰਗਾ ਕਿ ਟਾਸਕ 1 ਕਿਵੇਂ ਲਿਖਣਾ ਹੈ, ਟਾਸਕ 2 ਕਿਵੇਂ ਲਿਖਣਾ ਹੈ, ਲਿਸਨਿੰਗ ਕਿਵੇਂ ਕਰਨੀ ਹੈ, ਰੀਡਿੰਗ ਕਿਵੇਂ ਕਰਨੀ ਹੈ. ਸੋ ਯੂ ਕੰਟੀਨਿਊਸਲੀ ਵਾਚਿੰਗ ਮਾਈ ਵੀਡੀਓਜ਼, ਉਹਨਾਂ ਨੂੰ ਕੰਟੀਨਿਊਸਲੀ ਵਾਚ ਕਰੋ. ਮੈਨੂੰ ਕਮੈਂਟ ਬਾਕਸ 'ਤੇ ਜਾ ਕੇ ਆਪਣੀ ਪ੍ਰੋਬਲਮਸ ਦੱਸੋ. ਆਈ ਵਿਲ ਟਰਾਈ ਟੂ ਸੋਲਵ ਦੈਮ. ਨਾਓ ਨੈਕਸਟ is speaking. For speaking purpose you will get break. ਜਿਹੜਾ ਤੁਹਾਡਾ ਸਪੀਕਿੰਗ ਹੈ ਉਸ ਦਿਨ ਵੀ ਹੋ ਸਕਦਾ ਹੈ ਸ਼ਾਮ ਨੂੰ, ਜਾਂ ਨੈਕਸਟ ਡੇ ਲੈ ਸਕਦੇ ਜਾਂ 2 ਦਿਨ ਬਾਅਦ they can call you. Now speaking, it will last for 15 to 20 minutes. It depends upon the examiner. ਉਹਦੇ ਕੋਲ ਟਾਈਮ ਹੈ ਤਾਂ ਤੁਹਾਨੂੰ ਜ਼ਿਆਦਾ ਵੀ ਲੈ ਸਕਦਾ ਹੈ, ਪਰ 15 ਮਿੰਟਸ ਪੱਕਾ ਤੁਹਾਨੂੰ ਬਿਠਾਏਗਾ
He will ask you certain questions. Now, speaking module, it is divided into three. One is introduction, in which examiner will ask you questions regarding your introduction, your study, your schooling, hometown, festivals, about your country, or any other question. Now, second, part two. In part two, he will give you cue card, and a topic will be written on it. You have to go through it. You will get 2 minutes to prepare, and you have to speak 2 to 3 minutes on the given topic. ਜਿਹੜਾ ਵੀ ਤੁਹਾਨੂੰ क्यू कार्ड ਉਹਨੇ ਦੇਤਾ ਐਗਜ਼ਾਮੀਨਰ ਨੇ ਉਹ ਚੇਂਜ ਨਹੀਂ ਹੋਏਗਾ. ਯੂ ਕਾਂਟ ਆਸਕ ਦਾ ਐਗਜ਼ਾਮੀਨਰ ਟੂ ਚੇਂਜ ਦਿਸ ਟੌਪਿਕ. ਸੋ ਉਹਦੇ ਨਾਲ ਇਹ ਆਰਗੂ ਕਰਨਾ ਕਿ ਸਰ ਮੈਨੂੰ ਇਹ ਨਹੀਂ ਆਉਂਦਾ. ਸੋ ਤੁਹਾਨੂੰ ਜਿੰਨਾ ਵੀ ਆਉਂਦਾ ਯੂ ਟਰਾਈ ਟੂ ਸਪੀਕ. ਠੀਕ ਹੈ, ਉਹ ਕਿਵੇਂ ਕਰਨੀ ਆ ਸਪੀਕਿੰਗ, ਆਈ ਵਿਲ ਐਕਸਪਲੇਨ ਯੂ ਇਨ ਦ ਕਮਿੰਗ ਵੀਡੀਓਜ਼, ਜਦੋਂ ਆਪਾਂ ਸਪੀਕਿੰਗ ਦਾ ਮੋਡਿਊਲ ਇਕੱਲਾ ਲਾਵਾਂਗੇ. ਦੈਨ ਇੱਕ ਦੋ ਕੁਐਸਚਨਸ ਤੁਹਾਨੂੰ ਫੋਲੋ ਅਪ ਕੁਐਸਚਨਸ ਪੁੱਛ ਸਕਦਾ ਹੈ. ਤੁਹਾਡਾ ਜਿਹੜਾ ਸਪੀਕਿੰਗ ਦਾ क्यू कार्ड ख़त्म होने तो बाद. एंड पार्ट थर्ड इज ही विल आस्क यू, एग्जामिनर विल आस्क यू एक्सटेंड questions that you have to answer in detail. It means you have to give extended replies. ਤੁਸੀਂ yes or no ਚ ਆਨਸਰ ਨਹੀਂ ਦੇਣਾ, ਬਟ ਕਿ ਉਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਕੇ ਉਹਨੂੰ ਐਗਜ਼ਾਮੀਨਰ ਨੂੰ ਦੱਸਣਾ ਹੈ, ਤਾਂ ਕਿ ਐਗਜ਼ਾਮੀਨਰ ਨੂੰ ਪਤਾ ਚੱਲ ਜਾਏ ਕਿ you have a command over the language. So I want to tell you, during speaking, 80% of the talk, it should be dominated by the candidate. Don't give yes or no answer. ਜੇ ਤੁਸੀਂ yes or no answer ਦੋਗੇ then examiner ਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਕਮਾਂਡ ਕਿੰਨੀ ਹੈ ਲੈਂਗੁਏਜ 'ਤੇ. ਸੋ ਸਟੂਡੈਂਟਸ, ਇਹਦੇ ਵਾਸਤੇ ਤੁਸੀਂ ਚੰਗੀ ਤਰ੍ਹਾਂ ਪ੍ਰਿਪੇਅਰ ਕਰੋ. You speak in front of mirror, and you can also speak with your confident person. ਇਹ ਨਾ ਸੋਚੋ ਕਿ ਮੈਂ ਗਲਤ ਬੋਲ ਰਿਹਾ ਜਾਂ ਗਲਤ ਬੋਲ ਰਹੀ ਹਾਂ, ਬਟ ਪ੍ਰੈਕਟਿਸ ਕਰੋ, ਐਂਡ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ. ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਡੈਟ ਯੂ ਕਾਂਟ ਅਚੀਵ. ਸੋ ਆਈ ਹੋਪ ਡੈਟ ਤੁਸੀਂ ਇੱਕ ਵਾਰ ਹੀ ਆਈਲੈਟਸ ਐਗਜ਼ਾਮ ਦੋਗੇ ਔਰ ਗੈਟ ਥਰੂ ਹੋ ਜਾਓਗੇ. ਜਿੰਨੇ ਵੀ ਤੁਹਾਡੀ ਰਿਕੁਆਇਰਮੈਂਟਸ ਹੈ ਬੈਂਡ ਦੀ ਉਹ ਪੂਰੀ ਹੋ ਜਾਏਗੀ. ਬਟ ਮੇਨ ਥਿੰਗ ਇਜ਼ ਦੈਟ ਬਹੁਤ ਵਧੀਆ ਪ੍ਰਿਪਰੇਸ਼ਨ ਕਰੋ, ਐਂਡ ਹੈਵ ਅ ਨਾਈਸ ਡੇ. Thank you very much for watching.